ਪੰਜਾਬੀ ਭਾਸ਼ਾ ਨਾਲ ਜੁੜੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ ਕਰਦਾ ਜੀ ਤੁਹਾਡਾ ਆਪਣਾ ਸੁਪੀਰੀਅਰ ਸਟੱਡੀ ਚੈਨਲ। ਆਪਾਂ ਇਸ ਚੈਨਲ 'ਤੇ ਕਰ ਰਹੇ ਸੀ ਪੰਜਾਬੀ ਦੇ ਸਾਹਿਤ ਰੂਪ। ਇਸ ਤੋਂ ਪਹਿਲਾਂ ਸਵੈ ਜੀਵਨੀਕਾਰ ਕਰ ਚੁੱਕੇ ਹਾਂ ਅਤੇ ਨਾਲ ਦੀ ਨਾਲ ਕਰ ਰਹੇ ਹਾਂ ਮੌਕ ਟੈਸਟ। ਇਹਨਾਂ ਸਾਰਿਆਂ ਦੇ ਲਿੰਕਸ ਤੁਹਾਨੂੰ ਮਿਲ ਜਾਣਗੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ। ਜਿਨ੍ਹਾਂ ਨੇ ਹਾਲੇ ਤੱਕ ਉਹ ਵੀਡੀਓਜ਼ ਨਹੀਂ ਦੇਖੀਆਂ ਜ਼ਰੂਰ ਦੇਖ ਲੈਣਾ ਜੀ। ਬਹੁਤ ਇੰਪੋਰਟੈਂਟ ਪ੍ਰਸ਼ਨ ਸ਼ਾਮਿਲ ਕੀਤੇ ਨੇ ਆਪਾਂ ਉਹਨਾਂ ਮੌਕ ਟੈਸਟ ਦੇ ਵਿੱਚ। ਅਤੇ ਜੋ ਸਵੈ ਜੀਵਨੀਕਾਰ ਵਾਲਾ ਟੌਪਿਕ ਹੈ ਉਹ ਆਪਣਾ ਕੰਪਲੀਟ ਹੋ ਚੁੱਕਿਆ ਹੈ। ਸਾਰੇ ਸਵੈ ਜੀਵਨੀਕਾਰ ਆਪਾਂ ਕਰ ਚੁੱਕੇ ਹਾਂ। ਸਾਹਿਤ ਰੂਪ ਵੀ ਕਾਫੀ ਅਸੀਂ ਕਰ ਚੁੱਕੇ ਹਾਂ ਇਸ ਚੈਨਲ ਦੇ ਉੱਪਰ। ਅਤੇ ਅੱਜ ਦਾ ਜੋ ਆਪਣਾ ਸਾਹਿਤ ਰੂਪ ਹੈ ਉਹ ਹੈ ਜੀ ਕਵਿਤਾ। ਸ਼ੁਰੂ ਕਰਨ ਜਾ ਰਹੇ ਹਾਂ ਆਪਾਂ ਕਵਿਤਾ, ਨੋਟ ਕਵਿਤਾ। ਓਕੇ, ਕਵਿਤਾ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਪਲੇਠਾ ਜਾਂ ਜੇਠਾ ਸਾਹਿਤ ਰੂਪ। ਠੀਕ ਹੈ, ਇਹਨਾਂ ਦੇ ਅਰਥ ਤੁਹਾਨੂੰ ਪਤਾ ਹੀ ਹੈ, ਪਲੇਠਾ ਜਾਂ ਜੇਠਾ ਕੀ ਹੁੰਦੇ ਨੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਹੋਂਦ ਦੇ ਵਿੱਚ ਆਇਆ ਜੋ ਸਾਹਿਤ ਰੂਪ ਹੈ, ਸਾਹਿਤ ਕਿਸ ਰੂਪ ਦੇ ਵਿੱਚ ਸਾਨੂੰ ਮਿਲਿਆ। ਠੀਕ ਹੈ, ਵਾਰਤਕ ਵਿੱਚ ਨਹੀਂ ਮਿਲਿਆ ਸੀ, ਵਾਰਤਕ ਤਾਂ ਬਹੁਤ ਦੇਰ ਬਾਅਦ ਆਈ ਹੈ ਸਾਹਿਤ ਦੇ ਵਿੱਚ। ਸਭ ਤੋਂ ਪਹਿਲਾਂ ਸ਼ੁਰੂਆਤ ਇਸ ਦੀ ਹੋਈ ਸੀ ਕਵਿਤਾ ਦੇ ਵਿੱਚ। ਤਾਂ ਕਵਿਤਾ ਨੂੰ ਅਸੀਂ ਕਹਾਂਗੇ ਸਾਹਿਤ ਦਾ ਪਲੇਠਾ ਜਾਂ ਜੇਠਾ ਰੂਪ। ਠੀਕ ਹੈ, ਇਸ ਤੋਂ ਬਾਅਦ ਅਸੀਂ ਕਰਦੇ ਹਾਂ ਪਰਿਭਾਸ਼ਾ ਇਹਦੀ ਕਿ ਇਸ ਦੇ ਵਿੱਚ ਸ਼ਾਮਿਲ ਕੀ ਹੁੰਦਾ ਹੈ, ਕਿਸ ਨੂੰ ਕਵਿਤਾ ਕਿਹਾ ਜਾਂਦਾ ਹੈ, ਕਿਸ ਤਰ੍ਹਾਂ ਦੀ ਰਚਨਾ ਜਿਹੜੀ ਉਹ ਕਵਿਤਾ ਅਖਵਾਉਂਦੀ ਹੈ। ਪਰਿਭਾਸ਼ਾ ਪੜ੍ਹਾਂਗੇ ਇਹਦੀ ਆਪਾਂ। ਅਜਿਹੀ ਸ਼ਬਦ ਰਚਨਾ ਜਿਸ ਵਿੱਚ ਲੈ, ਤਾਲ, ਖਿਆਲ, ਜਜ਼ਬਾ, ਕਲਪਨਾ ਅਤੇ ਕਿਸੇ ਤਰ੍ਹਾਂ ਦਾ ਵਜ਼ਨ ਤੋਲ ਦਾ ਸੁਮੇਲ ਹੋਵੇ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਸਾਨੂੰ ਮਿਲਦੀਆਂ ਹੋਣ ਅਤੇ ਸਭ ਤੋਂ ਇੰਪੋਰਟੈਂਟ ਉਸ ਦੇ ਵਿੱਚੋਂ ਸੁਹਜ ਦੀ ਪ੍ਰਾਪਤੀ ਹੋਵੇ। ਸੁਹਜ ਕੀ ਹੁੰਦਾ? ਸਵਾਦ। ਠੀਕ ਹੈ, ਅਤੇ ਉਹ ਦੂਸਰਾ ਸੁਹਜ ਦੇ ਵਿੱਚ ਅਸੀਂ ਲੈਂਦੇ ਹਾਂ ਕਿ ਅਜਿਹਾ ਰਸ ਸਾਨੂੰ ਮਿਲੇ ਜੋ ਕਿ ਸਭ ਦੇ ਹਿੱਤ ਦੇ ਵਿੱਚ ਹੋਵੇ। ਸਭ ਦੇ ਹਿੱਤ ਦੇ ਵਿੱਚ ਹੀ ਕੀ ਹੁੰਦਾ ਹੈ? ਸਾਹਿਤ। ਸਾਹਿਤ ਕਿੱਥੋਂ ਬਣਦਾ ਹੈ? ਸਾ ਅਤੇ ਹਿੱਤ ਦੇ ਸੁਮੇਲ ਤੋਂ। ਸਾ ਮਤਲਬ ਸਾਰੇ, ਹਿੱਤ ਮਤਲਬ ਸਾਰਿਆਂ ਦੇ ਲਈ ਜਿਹੜਾ ਭਲਾ ਕਰਨ ਵਾਲਾ ਹੋਵੇ, ਭਲਾਈ ਰੱਖਦਾ ਹੋਵੇ, ਸਾਰਿਆਂ ਦੇ ਹਿੱਤ ਦੇ ਵਿੱਚ ਹੋਵੇ ਉਹ ਗੱਲ, ਉਹ ਹੁੰਦੀ ਆ ਸਾਹਿਤ ਵੰਨਗੀ। ਠੀਕ ਹੈ, ਸਾਹਿਤ ਵੰਨਗੀ ਕਿਹੜੀ ਆਪਾਂ ਕਰ ਰਹੇ ਹਾਂ, ਸਾਹਿਤ ਦਾ ਕਿਹੜਾ ਰੂਪ ਕਰ ਰਹੇ ਹਾਂ, ਉਹ ਕਰ ਰਹੇ ਹਾਂ ਕਵਿਤਾ। ਅਤੇ ਕਵਿਤਾ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ ਜੋ ਆਪਾਂ ਇਸ ਦੀ ਪਰਿਭਾਸ਼ਾ ਦੇ ਵਿੱਚ ਕੀਤੀਆਂ ਨੇ। ਇਸ ਤੋਂ ਬਾਅਦ ਜੇ ਆਪਾਂ ਇੱਕ ਥੋੜ੍ਹੀ ਜਿਹੀ ਕਵਿਤਾ ਰੂਪ ਹੀ ਹੈ, ਇੱਕ ਕਾਵਿ ਟੁਕੜੀ ਆਪਾਂ ਪੜ੍ਹਦੇ ਹਾਂ ਜਿਹਦੇ ਨਾਲ ਸਾਨੂੰ ਕਲੀਅਰ ਹੁੰਦਾ ਕਿ ਕਿਸ ਤਰ੍ਹਾਂ ਕਿਹੜੀ ਚੀਜ਼ ਦੀ ਲੋੜ ਪੈਂਦੀ ਹੈ ਤਾਂ ਫਿਰ ਕਿਹੜੀ ਚੀਜ਼ ਪੈਦਾ ਹੁੰਦੀ ਹੈ। ਉਸ ਤੋਂ ਬਾਅਦ ਉਸ ਦੇ ਸਿੱਟੇ ਵਜੋਂ ਜਾਂ ਉਸ ਦੇ ਪ੍ਰਭਾਵ ਵਜੋਂ ਇਹ ਲਾਈਨਾਂ ਪੜ੍ਹ ਕੇ ਤੁਹਾਨੂੰ ਕਾਫੀ ਸਮਝ ਆ ਜਾਏਗੀ। ਵੈਸੇ ਇਸ ਦਾ ਕੋਈ ਸੰਬੰਧ ਨਹੀਂ ਹੈ, ਪਰ ਤੁਹਾਨੂੰ ਇਸ ਦੇ ਨਾਲ ਲਿੰਕ ਕਰਨ ਦੇ ਲਈ ਮੈਂ ਜਸਟ ਇਹ ਸ਼ਾਮਿਲ ਕੀਤੀਆਂ ਨੇ ਇਹ ਵਾਲੀਆਂ ਤੁਕਾਂ। ਪੜ੍ਹਦੇ ਹਾਂ ਆਪਾਂ। ਆਪਣੀ ਜਾਤ ਵਿਖਾਲਣ ਬਦਲੇ ਰੱਬ ਨੇ ਹੁਸਨ ਬਣਾਇਆ, ਵੇਖ ਹੁਸਨ ਦੇ ਤਿੱਖੇ ਜਲਵੇ ਜ਼ੋਰ ਇਸ਼ਕ ਨੇ ਪਾਇਆ। ਫੁਰਿਆ ਜਦੋਂ ਇਸ਼ਕ ਦਾ ਜਾਦੂ ਦਿਲ ਵਿੱਚ ਕੁੱਦੀ ਮਸਤੀ, ਇਹ ਮਸਤੀ ਜਦ ਬੋਲ ਉੱਠੀ ਤਾਂ ਹੜ ਕਵਿਤਾ ਦਾ ਆਇਆ। ਤਾਂ ਇਹ ਜਿਹੜੀਆਂ ਸਤਰਾਂ ਨੇ ਉਹ ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਨੇ। ਠੀਕ ਹੈ, ਇਸ ਦੇ ਵਿੱਚ ਆਪਾਂ ਨੂੰ ਕਲੀਅਰ ਹੁੰਦਾ ਹੈ ਕਿ ਆਪਣੀ ਜਾਤ ਜਿਹੜੀ ਦਿਖਾਉਣ ਦੇ ਲਈ ਜਿਹੜਾ ਰੱਬ ਸੀ ਉਹਨਾਂ ਨੇ ਹੁਸਨ ਬਣਾਇਆ, ਰੱਬ ਨੇ। ਇਸ ਤੋਂ ਬਾਅਦ ਹੁਸਨ ਦੇ ਜਲਵੇ ਦੇਖ ਕੇ ਫਿਰ ਇਸ਼ਕ ਦੀ ਪੈਦਾਵਾਰ ਹੋਈ। ਫਿਰ ਜਦੋਂ ਇਸ਼ਕ ਦਾ ਜਾਦੂ ਚੱਲਿਆ ਤਾਂ ਦਿਲ ਦੇ ਵਿੱਚ ਮਸਤੀ ਪੈਦਾ ਹੋਈ ਅਤੇ ਇਹ ਮਸਤੀ ਜਦੋਂ ਬੋਲ ਉੱਠੀ। ਠੀਕ ਹੈ, ਇਹ ਮਸਤੀ ਜਦੋਂ ਆਪਣੇ ਜਜ਼ਬੇ, ਆਪਣੇ ਵਲਵਲੇ ਰੋਕ ਨਹੀਂ ਪਾਉਂਦੀ ਤਾਂ ਫਿਰ ਕਾਹਦਾ ਹੜ੍ਹ ਆਉਂਦਾ? ਕਵਿਤਾ ਦਾ ਹੜ੍ਹ ਆਉਂਦਾ। ਠੀਕ ਹੈ, ਕਿਤੇ ਨਾ ਕਿਤੇ ਜੋ ਚੀਜ਼ਾਂ ਆਪਾਂ ਪਰਿਭਾਸ਼ਾ ਦੇ ਵਿੱਚ ਕੀਤੀਆਂ ਉਹ ਚੀਜ਼ਾਂ ਉਹਨਾਂ ਨੇ ਆਪਣੇ ਸਾਹਮਣੇ ਕਾਵਿ ਦੇ ਰੂਪ ਵਿੱਚ ਪੇਸ਼ ਕੀਤੀਆਂ ਕਿ ਅਸਲ ਦੇ ਵਿੱਚ ਕਵਿਤਾ ਦੀ ਜਨਮ ਦੇ ਲਈ ਕਿਹੜੀਆਂ ਚੀਜ਼ਾਂ ਜ਼ਿੰਮੇਵਾਰ ਹਨ। ਠੀਕ ਹੈ ਜੀ, ਇਸ ਵਾਰ ਆਪਾਂ ਕਰਾਂਗੇ ਪਰਿਭਾਸ਼ਾਵਾਂ ਜੋ ਕਿ ਕਾਫੀ ਇੰਪੋਰਟੈਂਟ ਨੇ ਪੇਪਰ ਦੇ ਪੱਖ ਤੋਂ ਅਲੱਗ-ਅਲੱਗ ਵਿਦਵਾਨਾਂ ਦੁਆਰਾ। ਸਭ ਤੋਂ ਪਹਿਲਾਂ ਜੀ ਪ੍ਰੋਫੈਸਰ ਪੂਰਨ ਸਿੰਘ ਇਹ ਮੰਨਦੇ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ। ਠੀਕ ਹੈ, ਦੂਸਰਾ ਸਾਧ ਮਨ ਵਿੱਚੋਂ ਨਿਕਲੇ ਬੋਲ ਕਵਿਤਾ ਹਨ। ਅਤੇ ਤੀਸਰੀ ਪਰਿਭਾਸ਼ਾ ਹੈ ਇਹਨਾਂ ਦੀ ਪਿਆਰ 'ਚ ਮੋਏ ਬੰਦਿਆਂ ਦੇ ਮਿੱਠੇ ਵਚਨ। ਇੱਥੇ ਮਿੱਠੇ ਕਰ ਲਿਓ। ਠੀਕ ਹੈ, ਵਚਨ ਦੇ ਅੱਗੇ। ਤਾਂ ਇਹ ਤਿੰਨੇ ਜਿਹੜੇ ਕਥਨ ਹੈਗੇ ਕਿਸ ਦੁਆਰਾ ਦਿੱਤੇ ਗਏ ਆ ਕਵਿਤਾ ਦੇ ਸੰਬੰਧੀ? ਪ੍ਰੋਫੈਸਰ ਪੂਰਨ ਸਿੰਘ ਦੁਆਰਾ। ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਕਾਰਲਾਇਲ ਦੀ। ਉਹਨਾਂ ਨੇ ਕਿਹਾ ਜੀ ਇੱਕ ਗਾਉਂਦਾ ਜਜ਼ਬਾ ਹੈ ਕਵਿਤਾ।
ਤੇ ਦੂਸਰਾ ਉਹਨਾਂ ਨੇ ਕਿਹਾ ਸੰਗੀਤ ਪੂਰਨ ਜਿਹੜੇ ਵਿਚਾਰ ਨੇ ਉਹਨਾਂ ਦੀ ਪੇਸ਼ਕਾਰੀ ਅਖਵਾਉਂਦੀ ਹੈ ਕਵਿਤਾ। ਇਹ ਮੈਂ ਸਿਰਫ ਸ਼ਬਦ ਲਿਖੇ ਨੇ ਕੁਛ ਕੁ ਤਾਂ ਕਿ ਇਹ ਤੁਹਾਨੂੰ ਯਾਦ ਰਹਿਣ ਕਿ ਜਿਸ ਪਰਿਭਾਸ਼ਾ ਦੇ ਵਿੱਚ ਇਹ ਸ਼ਬਦ ਆਏ ਨੇ ਉਹ ਕਿਸ ਦੀ ਹੈ, ਕਾਰਲਾਈਲ ਦੀ ਹੈ। ਪੂਰੀਆਂ ਪਰਿਭਾਸ਼ਾਵਾਂ ਲਿਖਣ ਦੀ ਬਜਾਏ ਮੈਂ ਇਹ ਸ਼ਬਦਾਂ 'ਤੇ ਫੋਕਸ ਕੀਤਾ ਕਿ ਤੁਹਾਨੂੰ ਯਾਦ ਰਹੇ। ਠੀਕ ਹੈ ਜੀ। ਇਸ ਤੋਂ ਬਾਅਦ ਮੈਥਿਊ ਅਰਨੋਲਡ, ਇਹ ਕੀ ਕਹਿੰਦੇ ਨੇ, ਕਵਿਤਾ ਜੀਵਨ ਦੀ ਪੜਚੋਲ ਹੈ। ਠੀਕ ਹੈ, ਅਰਨੋਲਡ ਤੋਂ ਯਾਦ ਰੱਖਿਓ ਤੁਸੀਂ ਵੈਲਿਊਏਸ਼ਨ। ਠੀਕ ਹੈ, ਪੜਚੋਲ ਕਵਿਤਾ। ਇਸ ਤੋਂ ਬਾਅਦ ਹੈ ਵਰਡਸਵਰਥ, ਜਜ਼ਬਿਆਂ ਤੇ ਵਲਵਲਿਆਂ ਦਾ ਬੇਰੋਕ ਉਛਾਲਾ ਹੀ ਕਵਿਤਾ ਹੈ। ਇਹ ਬਹੁਤ ਇੰਪੋਰਟੈਂਟ ਹੈ, ਇਹਨੂੰ ਧਿਆਨ ਨਾਲ ਤੁਸੀਂ ਕਰ ਲੈਣਾ। ਠੀਕ ਹੈ ਜੀ। ਇਸ ਤੋਂ ਬਾਅਦ ਕਵਿਤਾ ਦਾ ਕੱਚਾ ਮਸਾਲਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਕਿਸੇ ਵੀ ਚੀਜ਼ ਨੂੰ ਬਣਾਉਣ ਦੇ ਲਈ ਪਹਿਲਾਂ ਮਸਾਲਾ ਚਾਹੀਦਾ ਹੁੰਦਾ ਹੈ ਨਾ। ਜਿਸ ਤਰ੍ਹਾਂ ਕੋਈ ਜਿਹੜਾ ਬੁੱਤ ਘਾੜ ਹੈਗਾ ਤਾਂ ਉਸ ਬੁੱਤ ਨੂੰ ਘੜਨ ਦੇ ਲਈ ਉਸਨੂੰ ਪਹਿਲਾਂ ਪੱਥਰ ਚਾਹੀਦਾ ਹੁੰਦਾ। ਅਤੇ ਜਿਸ ਤਰ੍ਹਾਂ ਆਪਾਂ ਕੋਈ ਚੀਜ਼ ਬਣਾਉਣੀ ਹੈ ਨਾ, ਕੋਈ ਡਿਸ਼ ਬਣਾਉਣੀ ਹੈ, ਉਹਨੂੰ ਬਣਾਉਣ ਲਈ ਪਹਿਲਾਂ ਸਾਨੂੰ ਮਸਾਲੇ ਚਾਹੀਦੇ, ਉਹਦੇ ਵਿੱਚ ਕੀ ਕੀ ਪੈਣਾ। ਉਸੇ ਤਰ੍ਹਾਂ ਹੀ ਕਵਿਤਾ ਦੀ ਰਚਨਾ ਲਈ ਸਭ ਤੋਂ ਜ਼ਰੂਰੀ ਜਿਹੜਾ ਕੱਚਾ ਮਸਾਲਾ ਹੈ ਉਹ ਹੈ ਭਾਸ਼ਾ। ਜੇ ਕਵੀ ਕੋਲੇ ਭਾਸ਼ਾ ਹੋਊਗੀ, ਭਾਸ਼ਾ ਦਾ ਗਿਆਨ ਹੋਊਗਾ ਤਾਂ ਹੀ ਉਹ ਕਵਿਤਾ ਰਚ ਸਕਦਾ ਹੈ। ਤਾਂ ਕਵਿਤਾ ਦਾ ਕੱਚਾ ਮਸਾਲਾ ਹੈ ਜੀ ਭਾਸ਼ਾ, ਇਹ ਯਾਦ ਕਰ ਲਿਓ। ਇਸ ਤੋਂ ਬਾਅਦ ਜੇ ਗੱਲ ਕਰੀਏ ਇਸ ਦੇ ਤੱਤਾਂ ਬਾਰੇ, ਤੱਤ ਕੀ ਹੁੰਦੇ ਨੇ ਜਿਨ੍ਹਾਂ ਦੀ ਸ਼ਮੂਲੀਅਤ ਦੇ ਨਾਲ ਕੋਈ ਚੀਜ਼ ਬਣਦੀ ਹੈ। ਅਲੱਗ-ਅਲੱਗ ਤੱਤ, ਉਹਦੇ ਅਲੱਗ-ਅਲੱਗ ਅੰਗ ਜਿਹੜੇ ਇਕੱਠੇ ਹੋ ਕੇ ਕੀ ਬਣਾਉਂਦੇ ਨੇ, ਕਵਿਤਾ ਬਣਾਉਂਦੇ ਨੇ। ਵੈਸੇ ਤਾਂ ਕਾਫੀ ਨੇ ਇਹ, ਠੀਕ ਹੈ, ਅਲੱਗ-ਅਲੱਗ ਵਿਦਵਾਨਾਂ ਦੁਆਰਾ, ਪੱਛਮੀ ਵਿਦਵਾਨਾਂ ਨੇ ਹੋਰ ਦਿੱਤੇ ਨੇ, ਜਿਹੜੇ ਸਾਡੇ ਪੁਰਾਤਨ ਆਚਾਰੀਆ ਸੀ ਉਹਨਾਂ ਨੇ ਹੋਰ ਮੰਨੇ ਨੇ, ਪਰ ਦੋਨਾਂ ਨੂੰ ਮਿਲਾ ਕੇ, ਪੂਰਬੀ ਅਤੇ ਪੱਛਮੀ ਵਿਦਵਾਨਾਂ ਦੇ ਵਿਚਾਰਾਂ ਨੂੰ ਮਿਲਾ ਕੇ ਅਸੀਂ ਜੋ ਪ੍ਰਾਪਤ ਕਰਦੇ ਹਾਂ ਤਾਂ ਇਸ ਦੇ 9 ਤੱਤ ਪ੍ਰਾਪਤ ਕਰਦੇ ਹਾਂ ਕਵਿਤਾ ਦੇ। ਕਿਹੜੇ ਕਿਹੜੇ ਦੇਖਦੇ ਹਾਂ ਆਪਾਂ, ਉਸ ਤੋਂ ਬਾਅਦ ਆਪਾਂ ਡਿਟੇਲ ਦੇ ਵਿੱਚ ਵੀ ਕਰਾਂਗੇ। ਭਾਵ, ਕਲਪਨਾ, ਬੁੱਧੀ, ਰਸ, ਬਿੰਬ, ਪ੍ਰਤੀਕ, ਅਲੰਕਾਰ, ਛੰਦ ਅਤੇ ਭਾਸ਼ਾ। ਇਹ ਨੇ ਤੱਤ ਕਵਿਤਾ ਦੇ। ਇਸ ਤੋਂ ਬਾਅਦ ਅਸੀਂ ਕਰਦੇ ਹਾਂ ਇਹਨਾਂ ਬਾਰੇ ਡਿਟੇਲ ਦੇ ਵਿੱਚ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਭਾਵ। ਭਾਵ ਕੀ ਹੁੰਦੇ ਨੇ? ਭਾਵ ਜਿਹੜੀਆਂ, ਜੇ ਅਸੀਂ ਸਧਾਰਨ ਸ਼ਬਦਾਂ ਦੇ ਵਿੱਚ ਕਹੀਏ ਤਾਂ ਆਪਣੇ ਅਨੁਭਵ ਜਾਂ ਆਪਣੀਆਂ ਜਿਹੜੀਆਂ ਫੀਲਿੰਗਸ ਨੇ ਉਹ ਭਾਵ ਨੇ। ਠੀਕ ਹੈ, ਤਾਂ ਕਵਿਤਾ ਦੀ ਉੱਤਮਤਾ ਦੇ ਲਈ ਜ਼ਿੰਮੇਵਾਰ ਹੁੰਦੇ ਨੇ ਭਾਵ। ਕਿਸ ਤਰ੍ਹਾਂ ਦੇ ਭਾਵ ਆ ਜਿਹੜੇ ਕਵੀ ਪੇਸ਼ ਕਰ ਰਿਹਾ ਕਵਿਤਾ ਦੇ ਵਿੱਚ, ਤਾਂ ਹੀ ਕੋਈ ਰਚਨਾ ਉੱਤਮ ਮੰਨੀ ਜਾ ਸਕਦੀ ਹੈ। ਜੇਕਰ ਉਹਦੇ ਭਾਵ ਹੀ ਚੰਗੇ ਨਹੀਂ, ਠੀਕ ਹੈ, ਜੇ ਹੁਣ ਜਿਹੜਾ ਕੋਈ ਕਵੀ ਆ ਉਹ ਵਿਸ਼ਾ ਹੀ ਇਹੋ ਜਿਹਾ ਲੈ ਲਵੇ ਜਿਹੜਾ ਸਮਾਜ ਦੇ ਵਿੱਚ ਪ੍ਰਵਾਨਿਤ ਹੀ ਨਹੀਂ ਹੈਗਾ। ਠੀਕ ਹੈ, ਜਿਸ ਤਰ੍ਹਾਂ ਹੁਣ ਆਪਾਂ ਆਧੁਨਿਕ ਸਮਾਜ ਦੀ ਗੱਲ ਲੈ ਲਈਏ ਕਿ ਸਾਰੇ ਭਰੂਣ ਹੱਤਿਆ ਦੇ ਵਿਰੁੱਧ ਦੇ ਵਿੱਚ ਲਿਖ ਰਹੇ ਆ। ਠੀਕ ਹੈ, ਤਾਂ ਇੱਕ ਜਣਾ ਉੱਠ ਕੇ ਇਸ ਦੇ ਪੱਖ ਦੇ ਵਿੱਚ ਲਿਖਣ ਲੱਗ ਜੇ ਤਾਂ ਕੀ ਉਹ ਪ੍ਰਵਾਨ ਹੋਏਗਾ? ਨਹੀਂ ਹੋਏਗਾ ਨਾ। ਠੀਕ ਹੈ, ਤਾਂ ਉਹ ਉੱਤਮ ਹੋਏਗੀ ਉਸ ਦੀ ਰਚਨਾ? ਨਹੀਂ ਹੋਏਗੀ। ਇਸ ਕਰਕੇ ਕਵਿਤਾ ਦੀ ਉੱਤਮਤਾ ਦੇ ਲਈ ਜ਼ਿੰਮੇਵਾਰ ਹੁੰਦਾ ਹੈ ਕਿਹੜਾ ਤੱਤ? ਭਾਵ ਤੱਤ, ਕਿ ਕਿਸ ਤਰ੍ਹਾਂ ਦੇ ਭਾਵ ਉਹ ਪੇਸ਼ ਕਰ ਰਿਹਾ। ਅਤੇ ਪ੍ਰਮੁੱਖ ਤੱਤ ਹੁੰਦਾ ਹੈ ਜੀ, ਪ੍ਰਮੁੱਖ ਤਾਂ ਹੋਣਾ ਹੀ ਹੈ ਕਿਉਂਕਿ ਇਹਦੇ 'ਤੇ ਤਾਂ ਬੇਸ ਕਰਦੀ ਹੈਗੀ ਜਿਹੜੀ ਕਵਿਤਾ ਹੈ। ਇਸ ਤੋਂ ਬਾਅਦ ਭਾਵ ਨੇ ਅਲੱਗ-ਅਲੱਗ ਤਰ੍ਹਾਂ ਦੇ ਨੇ, ਖੁਸ਼ੀ ਦੇ, ਨਮੋਸ਼ੀ ਦੇ, ਗਮ ਦੇ, ਠੀਕ ਹੈ, ਪਿਆਰ ਦੇ ਭਾਵ, ਵਿਛੋੜੇ ਦੇ ਭਾਵ ਅਲੱਗ-ਅਲੱਗ ਮੰਨੇ ਜਾਂਦੇ ਆ। ਪਰ ਜੇ ਇਹਨਾਂ ਦਾ ਆਪਾਂ ਪੱਛਮੀ ਵਿਦਵਾਨਾਂ ਦੇ ਅਨੁਸਾਰ ਵਰਗੀਕਰਨ ਮੰਨੀਏ ਤਾਂ 3 ਤਰ੍ਹਾਂ ਦਾ। ਠੀਕ ਹੈ, ਇੰਦਰਿਆਈ, ਗਿਆਨਮੂਲਕ ਅਤੇ ਗੁਣਾਤਮਕ। ਇੰਦਰਿਆਈ ਸਾਡੇ ਸਰੀਰ ਨਾਲ ਸੰਬੰਧਿਤ, ਠੀਕ ਹੈ, ਇਹਨਾਂ ਕਿਸੇ ਵੀ ਅੰਗ ਦਾ ਵਰਣਨ ਹੈ ਜਿਹੜਾ ਉਹ ਭਾਵ ਪੈਦਾ ਹੁੰਦੇ ਨੇ। ਉਸ ਤੋਂ ਬਾਅਦ ਗਿਆਨਮੂਲਕ, ਜੋ ਮਾਨਸਿਕ ਸਾਡੇ ਮਨ ਦੇ ਨਾਲ ਸੰਬੰਧਿਤ ਗਿਆਨ ਵਾਲੀਆਂ ਗੱਲਾਂ ਜੇ ਪੇਸ਼ ਹੋ ਰਹੀਆਂ ਨੇ ਤਾਂ ਉਹ ਗਿਆਨਮੂਲਕ। ਅਤੇ ਤੀਸਰਾ ਹੈ ਗੁਣਾਤਮਕ। ਗੁਣਾਤਮਕ ਦੇ ਵਿੱਚ ਕਿਸੇ ਚੀਜ਼ ਦੇ ਗੁਣ ਜਿਹੜੇ ਆ ਉਹ ਪੇਸ਼ ਕੀਤੇ ਜਾਂਦੇ ਆ। ਸ਼ਮੂਲੀਅਤ ਦੋਨਾਂ ਦੀ ਹੋ ਸਕਦੀ ਆ, ਠੀਕ ਹੈ, ਇੰਦਰਿਆਈ ਦੀ ਵੀ ਅਤੇ ਗਿਆਨਮੂਲਕ ਦੀ ਵੀ, ਪਰ ਸਿਰਫ ਅਤੇ ਸਿਰਫ ਜਿਹੜੇ ਗੁਣ ਆਗੇ ਉਹ ਪੇਸ਼ ਹੋਣਗੇ ਕਿਸੇ ਵੀ ਪੱਖ ਨੂੰ ਲੈ ਕੇ। ਜੋ ਵੀ ਵਿਸ਼ਾ ਜਿਹੜਾ ਕਵੀ ਆ ਉਹ ਪੇਸ਼ ਕਰਨਾ ਚਾਹੁੰਦਾ ਉਸਦੇ ਗੁਣ ਪੇਸ਼ ਕੀਤੇ ਜਾਣਗੇ। ਇਸ ਵਾਰ ਗੱਲ ਕਰਦੇ ਹਾਂ ਆਪਾਂ ਕਲਪਨਾ ਬਾਰੇ। ਬਹੁਤ ਅਹਿਮ ਤੱਤ ਹੈ ਜੀ ਕਵਿਤਾ ਦਾ ਕਲਪਨਾ। ਇਸ ਸੰਬੰਧ ਵੀ ਕਾਫੀ ਪ੍ਰਸਿੱਧ ਕਥਨ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ, ਜਹਾਂ ਨਾ ਪਹੁੰਚੇ ਰਵੀ ਤਹਾਂ ਪਹੁੰਚੇ ਕਵੀ। ਠੀਕ ਹੈ, ਜਿੱਥੇ ਸੂਰਜ ਵੀ ਨਹੀਂ ਪਹੁੰਚ ਸਕਦਾ ਉੱਥੇ ਕਵੀ ਦੀ ਜਿਹੜੀ ਕਲਪਨਾ ਹੈ ਉਹ ਪਹੁੰਚ ਜਾਂਦੀ ਹੈ। ਤਾਂ ਇਹ ਹੈ ਜੀ ਇਸਦਾ ਬੁਨਿਆਦੀ ਤੱਤ। ਜਿਹੜੇ ਆਚਾਰੀਆ ਸ਼ੁਕਲ ਹੋਏ ਨੇ ਉਹਨਾਂ ਨੇ ਕਿਹਾ ਹੈ ਕਿ ਜੋ ਕਾਵ ਵਸਤੂ ਦਾ ਸਾਰਾ ਰੂਪ ਵਿਧਾਨ ਹੈ ਉਹ ਕਲਪਨਾ ਦੀ ਕਿਰਿਆ ਨਾਲ ਹੈ। ਕਿ ਕਾਵ ਵਸਤੂ ਮਤਲਬ ਜੋ ਵਿਸ਼ਾ
ਪੇਸ਼ ਹੋ ਰਿਹਾ, ਜੋ ਕਥਾਨਕ ਬਣ ਰਿਹਾ, ਠੀਕ ਹੈ, ਜਿਸ 'ਤੇ ਕਹਾਣੀ ਉਸਰ ਰਹੀ ਆ ਕਵਿਤਾ ਦੀ, ਤਾਂ ਉਹ ਸਾਰਾ ਕਾਰਜ ਤੇ ਕਾਹਦੇ ਨਾਲ ਸੰਬੰਧਿਤ ਹੈ ਜੀ? ਕਲਪਨਾ ਦੀ ਕਿਰਿਆ ਨਾਲ ਸੰਬੰਧਿਤ ਹੈ। ਇਸ ਤੋਂ ਬਾਅਦ ਇੱਕ ਹੋਰ ਵਿਦਵਾਨ ਨੇ ਕਾਂਤ, ਇਹ ਨਾਮ ਧਿਆਨ ਨਾਲ ਕਰ ਲਿਓ। ਉਹਨਾਂ ਨੇ 3 ਰੂਪ ਮੰਨੇ ਨੇ ਇਸੇ ਕਲਪਨਾ ਦੇ। ਪੁਨਰ ਨਿਰਮਾਣਕਾਰੀ ਕਲਪਨਾ, ਪੁਨਰ ਦਾ ਤੁਹਾਨੂੰ ਪਤਾ ਹੀ ਹੈ, ਪੁਨਰ ਦਾ ਮਤਲਬ ਕੀ ਹੁੰਦਾ? ਦੁਬਾਰਾ, ਕੋਈ ਚੀਜ਼ ਦੁਬਾਰਾ ਕਰਨੀ। ਸਾਡੇ ਮਨ ਦੇ ਵਿੱਚ ਪਹਿਲਾਂ ਹੀ ਉਹ ਵਿਚਾਰ ਕਿਤੇ ਨਾ ਕਿਤੇ ਹੈਗੇ ਆ, ਦੱਬੇ ਹੋਏ ਨੇ ਜਾਂ ਪੁਰਾਣੇ ਵਿਚਾਰ ਨੇ, ਤਾਂ ਕਵੀ ਆਪਣੀ ਜਿਹੜੀ ਕਵਿਤਾ ਗੀ ਉਸ ਦੇ ਰਾਹੀਂ ਕੀ ਕਰਦਾ ਹੈ? ਉਹਨਾਂ ਨੂੰ ਪੁਨਰ ਸਰਜੀਤ ਕਰ ਦਿੰਦਾ, ਦੁਬਾਰਾ ਜਿਉਂਦੇ ਕਰ ਦਿੰਦਾ, ਠੀਕ ਹੈ। ਉਸ ਤੋਂ ਬਾਅਦ ਨਿਰਮਾਣਕਾਰੀ ਕਲਪਨਾ, ਇਹ ਸਿਰਫ ਜਿਹੜਾ ਕਵੀ ਆ ਉਹ ਆਪ ਨਵੀਂ ਕੋਸ਼ਿਸ਼ ਕਰਦਾ, ਇੱਕ ਨਵੇਂ ਤਰ੍ਹਾਂ ਦਾ ਜਿਹੜਾ ਟੌਪਿਕ ਰੱਖਦਾ ਸਾਡੇ ਮੂਹਰੇ, ਜੋ ਕਿ ਸਾਨੂੰ ਇਸ ਤਰ੍ਹਾਂ ਦੇ ਕਲਪਨਾ ਬਾਰੇ, ਜਿਹੜੇ ਇਸ ਤਰ੍ਹਾਂ ਦੇ ਸਾਡੇ ਮੂਹਰੇ ਵਿਚਾਰ ਰੱਖੇ ਜਾਂਦੇ ਨੇ, ਸਾਨੂੰ ਨਹੀਂ ਪਤਾ ਹੁੰਦਾ, ਇਹ ਨਵੇਂ ਸਿਰਜੇ ਜਾਂਦੇ ਨੇ ਵਿਚਾਰ, ਠੀਕ ਹੈ। ਅਤੇ ਤੀਸਰਾ ਸੁਹਜਾਤਮਕ ਕਲਪਨਾ, ਇਸ ਦੇ ਵਿੱਚ ਨਿਰਾ ਸੁਹਜ ਮਤਲਬ ਸਵਾਦ ਕਿਹੜਾ? ਜਿਹੜਾ ਸਾਰਿਆਂ ਦੇ ਹਿੱਤ ਦੇ ਵਿੱਚ ਹੋਵੇ, ਠੀਕ ਹੈ। ਇਹ ਦੋਨੇ ਆ ਜਿਹੜੇ ਨਾ ਨਿਰਮਾਣਕਾਰੀ ਅਤੇ ਸੁਹਜਾਤਮਕ, ਇਹ ਪੇਸ਼ ਕਰਦੇ ਨੇ ਕਿਸੇ ਕਵੀ ਦੀ ਕਲਾ, ਕਿ ਉਹ ਕਿੰਨਾ ਕੁ ਪ੍ਰਮਾਣਿਕ ਉਸਦਾ ਜਿਹੜਾ ਸਾਹਿਤ ਰਚਨਾ ਦਾ ਢੰਗ ਹੈ, ਠੀਕ ਹੈ, ਉਹ ਇਸ 'ਤੇ ਡਿਪੈਂਡ ਕਰਦਾ ਇਹਨਾਂ ਦੋਨਾਂ 'ਤੇ, ਠੀਕ ਹੈ ਜੀ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਉਦੇਸ਼ ਦੀ। ਦੇਖੋ ਕੋਈ ਵੀ ਰਚਨਾ ਹੁੰਦੀ ਆ ਬਿਨਾਂ ਉਦੇਸ਼ ਦੇ ਤਾਂ ਕੀਤੀ ਨਹੀਂ ਜਾਂਦੀ, ਤਾਂ ਜਿਹੜੇ ਸਾਡੀ ਕਵਿਤਾ ਗਈ, ਕਵਿਤਾ ਦੇ ਵੀ ਉਦੇਸ਼ ਹੁੰਦੇ ਨੇ, ਅਲੱਗ-ਅਲੱਗ ਉਦੇਸ਼ ਮਿੱਥੇ ਜਾਂਦੇ ਨੇ ਇਸ 'ਤੇ। ਤਾਂ ਇਸ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ? ਕਵਿਤਾ ਦੇ ਉਦੇਸ਼ਾਂ ਦੀ ਬਜਾਏ ਕਲਪਨਾ ਦੇ ਉਦੇਸ਼ ਕਰ ਰਹੇ ਹਾਂ, ਠੀਕ ਹੈ। ਇਹਨੂੰ ਉਹ ਤੱਤ ਨਾ ਸਮਝ ਲਿਓ ਕਿ ਮੇਨ ਤੱਤ ਕਵਿਤਾ ਦਾ ਉਹ ਤਾਂ ਕਰਨਾ ਹੀ ਆ ਆਪਾਂ, ਪਰ ਉਸ ਨੂੰ ਤੱਤ ਅਸਲੀ ਨਹੀਂ ਮੰਨਿਆ ਜਾਂਦਾ। ਕਿਉਂ ਨਹੀਂ ਮੰਨਿਆ ਜਾਂਦਾ? ਕਿਉਂਕਿ ਜਿਹੜੀ ਕਵਿਤਾ ਕਿਸੇ ਉਦੇਸ਼ ਨੂੰ ਮੁੱਖ ਰੱਖ ਕੇ ਲਿਖੀ ਜਾਂਦੀ ਹੈ, ਉਹ ਤਾਂ ਕਵਿਤਾ ਅਖਵਾਉਂਦੀ ਹੀ ਨਹੀਂ ਹੈ। ਮੈਂ ਪਹਿਲਾਂ ਇਸ ਲਈ ਬੋਲਿਆ ਸੀ ਕਿ ਉਦੇਸ਼ ਤੋਂ ਬਿਨਾਂ ਕੋਈ ਰਚਨਾ ਨਹੀਂ ਹੋ ਸਕਦੀ, ਉਹ ਸਾਡੀ ਸੋਚ ਹੈ, ਠੀਕ ਹੈ। ਅਸੀਂ ਮੰਨਦੇ ਹਾਂ ਕਿ ਸਾਹਿਤ ਕਿਉਂ ਰਚਿਆ ਜਾਂਦਾ ਹੈ? ਕਿਸੇ ਨਾ ਕਿਸੇ ਬੁਰਾਈ ਨੂੰ ਸਾਹਮਣੇ ਲਿਆਉਣ ਦੇ ਲਈ, ਕਿਸੇ ਸਮਾਜਿਕ ਬੁਰਾਈ ਦੇ ਉੱਤੇ ਚੋਟ ਕਰਨ ਦੇ ਲਈ। ਪਰ ਅਸਲ ਦੇ ਵਿੱਚ ਜਿਹੜੇ ਵਿਦਵਾਨ ਆ ਉਹ ਕੀ ਮੰਨਦੇ ਨੇ ਕਿ ਸਾਹਿਤ ਤਾਂ ਮਨ ਦੀ ਖੁਸ਼ੀ ਹੈ, ਠੀਕ ਹੈ। ਜੇ ਤੁਸੀਂ ਕਿਸੇ ਕਵੀ ਨੂੰ ਪੁੱਛੋਗੇ ਨਾ ਕਿ ਤੂੰ ਇਹ ਰਚਨਾ ਕਿਉਂ ਲਿਖ ਰਿਹਾ, ਤਾਂ ਜੇ ਉਹ ਤੁਹਾਨੂੰ ਆਨਸਰ ਦਿੰਦਾ ਹੈ ਕਿ ਮੈਂ ਆਹ ਜਿਹੜੀ ਗੱਲ ਲੋਕਾਂ ਨੂੰ ਕਹਿਣੀ ਚਾਹੁੰਦਾ, ਮੈਂ ਤਾਂ ਇਹ ਲਿਖ ਰਿਹਾ, ਠੀਕ ਹੈ। ਤਾਂ ਜਿਹੜੇ ਸਾਹਿਤਕਾਰ ਹੈ ਉਹਨਾਂ ਦੇ ਅਨੁਸਾਰ, ਜੋ ਆਲੋਚਕ ਨੇ ਕਵਿਤਾ ਦੇ, ਉਹਨਾਂ ਦੇ ਅਨੁਸਾਰ ਉਹ ਕਵਿਤਾ ਨਹੀਂ ਹੋ ਸਕਦੀ। ਉਸ ਕਵਿਤਾ ਨੂੰ ਅਸੀਂ ਪਰਪੱਕ ਕਵਿਤਾ ਨਹੀਂ ਕਹਿ ਸਕਦੇ, ਕਿਉਂਕਿ ਉਹ ਕੀ ਮੰਨਦੇ ਨੇ? ਕਵਿਤਾ ਸਿਰਫ ਉਹੀ ਹੁੰਦੀ ਹੈ ਜਿਹੜੀ ਬਿਨਾਂ ਕਿਸੇ ਉਦੇਸ਼ ਦੇ, ਠੀਕ ਹੈ, ਜਿਹੜੇ ਕਵੀ ਦੇ ਆਪਣੇ ਅੰਦਰਲੇ ਵਲਵਲੇ ਆ, ਉਸਦੇ ਅੰਦਰਲੇ ਜਜ਼ਬੇ ਆ, ਠੀਕ ਹੈ, ਉਹਨਾਂ ਨੂੰ ਪੇਸ਼ ਕਰਨ ਦੇ ਲਈ ਜੇ ਉਹ ਰਚਨਾ ਲਿਖਦਾ ਹੈਗਾ, ਉਹ ਕਵਿਤਾ ਹੈ, ਠੀਕ ਹੈ। ਤਾਂ ਇਹ ਉਦੇਸ਼ ਅਸੀਂ ਕਲਪਨਾ ਦੇ ਉਦੇਸ਼ ਕਰ ਰਹੇ ਹਾਂ ਕਿ ਕਵਿਤਾ ਦੇ ਵਿੱਚ ਕਲਪਨਾ ਪਾਉਣੀ ਕਿਉਂ ਜ਼ਰੂਰੀ ਆ, ਕਿਉਂ ਨਹੀਂ ਅਸੀਂ ਕਲਪਨਾ ਤੋਂ ਬਿਨਾਂ ਕਵਿਤਾ ਲਿਖ ਸਕਦੇ। ਤਾਂ ਪਹਿਲਾ ਉਦੇਸ਼ ਹੈ ਦ੍ਰਿਸ਼ ਬਿੰਬਾਂ ਲਈ, ਜਿਹੜੇ ਬਿੰਬ ਬਣਦੇ ਨੇ ਸਾਡੇ ਦਿਮਾਗ ਦੇ ਵਿੱਚ, ਠੀਕ ਹੈ, ਜਾਂ ਸਾਡੇ ਦਿਲ ਦੇ ਵਿੱਚ, ਸਾਡੇ ਮਨ ਦੇ ਵਿੱਚ, ਕਵਿਤਾ ਨੂੰ ਪੜ੍ਹ ਕੇ, ਉਹ ਕਲਪਨਾ ਤੋਂ ਬਿਨਾਂ ਨਹੀਂ ਬਣ ਸਕਦੇ। ਦੂਸਰਾ ਅਲੰਕਾਰਤਾ ਲਿਆਉਣ ਲਈ, ਠੀਕ ਹੈ, ਉਸ ਨੂੰ ਹੋਰ ਜ਼ਿਆਦਾ ਸੋਹਣਾ ਬਣਾਉਣ ਦੇ ਲਈ ਕਲਪਨਾ ਜ਼ਰੂਰੀ ਹੈ। ਇਸ ਤੋਂ ਬਾਅਦ ਮਾਨਸਿਕ ਅਵਸਥਾਵਾਂ ਪੇਸ਼ ਕਰਨ ਦੇ ਲਈ, ਜਿਹੜੇ ਸਾਡੇ ਮਨ ਦੀਆਂ ਸਟੇਜਸ ਨੇ, ਠੀਕ ਹੈ, ਕਿਸ ਤਰ੍ਹਾਂ ਸਾਡੇ ਮਨ ਦੇ ਵਿਚਾਰ ਆ ਜਿਹੜੇ ਉਹ ਇੱਧਰ ਉੱਧਰ ਭੱਜਦੇ ਰਹਿੰਦੇ ਨੇ, ਠੀਕ ਹੈ, ਇੱਕ ਥਾਂ 'ਤੇ ਇਕਾਂਤ ਹੋ ਕੇ ਨਹੀਂ ਬੈਠ ਸਕਦੇ, ਤਾਂ ਉਹਨਾਂ ਨੂੰ ਦਰਸਾਉਣ ਦੇ ਲਈ ਕਲਪਨਾ ਜ਼ਰੂਰੀ ਹੈ। ਇਸ ਤੋਂ ਬਾਅਦ ਜੀ ਅਨੁਭਵਾਂ ਨੂੰ ਸਪਸ਼ਟ ਕਰਨ ਦੇ ਲਈ, ਜਿਹੜੇ ਅਨੁਭਵ ਨੇ, ਜਿਹੜੀਆਂ ਫੀਲਿੰਗਸ ਨੇ, ਉਹਨਾਂ ਨੂੰ ਕਲੀਅਰ ਕਰਕੇ ਦਿਖਾਉਣ ਦੇ ਲਈ ਕਲਪਨਾ ਜ਼ਰੂਰੀ ਹੈ। ਇਸ ਤੋਂ ਬਾਅਦ ਸੰਗਠਨ ਦੇ ਲਈ, ਜਿਹੜੇ ਵਿਚਾਰ ਬੁੱਧੀ ਤੱਤ ਮਤਲਬ ਦਿਮਾਗ ਨਾਲ ਸੰਬੰਧਿਤ ਵਿਚਾਰ ਪੇਸ਼ ਕਰ ਰਿਹਾ ਹੈਗਾ ਕਵੀ, ਅਤੇ ਉਸ ਦੇ ਨਾਲ ਹੀ ਸੁਹਜ ਮਤਲਬ ਸਵਾਦ ਵਾਲੇ, ਠੀਕ ਹੈ, ਜੋ ਲੋਕਾਂ ਦਾ ਮਨੋਰੰਜਨ ਕਰਨ ਦੇ ਲਈ, ਜਾਂ ਲੋਕਾਂ ਨੂੰ ਜਿਹੜਾ ਰਸ ਹੈ ਉਹ ਪੈਦਾ ਕਰਨ ਦੇ ਲਈ। ਦੋਨੇ ਤਰ੍ਹਾਂ ਦੀਆਂ ਧਿਰਾਂ ਹੋ ਗਈਆਂ ਨਾ, ਇੱਕ ਤਾਂ ਰਸ ਦੇ ਲਈ ਅਤੇ ਦੂਸਰਾ ਕੋਈ ਸੰਦੇਸ਼ ਦੇ ਲਈ। ਦੋਨਾਂ ਦੇ ਵਿੱਚ ਸੰਗਠਨ ਲਿਆਉਣ ਦੇ ਲਈ ਕੀ ਵਰਤਿਆ ਜਾਂਦਾ ਹੈ? ਕਲਪਨਾ ਵਰਤੀ ਜਾਂਦੀ ਹੈ। ਇਸ ਤੋਂ ਬਾਅਦ ਸਿਰਜਣਾ ਦੇ ਵਖਰੇਵੇਂ ਨੂੰ ਇਕਸੁਰ ਕਰਨ ਲਈ, ਇਹਨੂੰ ਧਿਆਨ ਨਾਲ ਕਰ ਲਿਓ, ਥੋੜ੍ਹਾ ਅਲੱਗ ਦਾ ਹੈ। ਸਿਰਜਣਾ ਮਤਲਬ ਕਿਸੇ ਚੀਜ਼ ਦਾ ਜਨਮ ਹੋਣਾ, ਠੀਕ ਹੈ, ਕੋਈ ਨਵੀਂ ਚੀਜ਼ ਬਣਨਾ। ਅਤੇ ਵਖਰੇਵਾਂ ਮਤਲਬ ਜਿਹੜੀ ਉਹਦੇ ਵਿੱਚ ਕੋਈ ਚੀਜ਼ ਅਲੱਗ ਹੈ। ਦੋਨਾਂ ਨੂੰ ਇਕਸੁਰ ਕਰਨਾ, ਕਿਹੜੀ ਮੰਤਵ ਦੇ ਨਾਲ, ਕਿਹੜੇ ਉਦੇਸ਼ ਦੇ ਨਾਲ ਜਿਹੜਾ ਕਵੀ ਆ ਉਹ ਲਿਖ ਰਿਹਾ, ਠੀਕ ਹੈ, ਉਹ ਕੀ ਹੋ ਗਿਆ? ਸਿਰਜਣਾ। ਪਰ ਇਸ ਤੋਂ ਪਹਿਲਾਂ ਅਸੀਂ ਕਰ ਰਹੇ ਹਾਂ ਕਿ ਕੋਈ ਵੀ ਉਦੇਸ਼ ਲੈ ਕੇ ਨਹੀਂ ਲਿਖ ਸਕਦੇ ਕਵਿਤਾ, ਤਾਂ
ਉਹਦਾ ਵਖਰੇਵਾਂ ਆ ਗਿਆ। ਠੀਕ ਹੈ, ਤਾਂ ਜਿਹੜੀ ਕਲਪਨਾ ਗੀ ਉਹ ਸਾਨੂੰ ਮਹਿਸੂਸ ਨਹੀਂ ਹੋਣ ਦਿੰਦੀ ਕਿ ਜਿਹੜਾ ਕਵੀ ਨੇ ਸਪੈਸ਼ਲੀ ਆਹ ਜਿਹੜਾ ਥੀਮ ਰੱਖ ਕੇ ਕਵਿਤਾ ਲਿਖੀ ਆ, ਦੋਨਾਂ ਦੇ ਵਿੱਚ ਇੱਕ ਸੁਰਤਾ ਪੈਦਾ ਕਰ ਦਿੰਦੀ ਹੈ। ਆਸ ਕੇ ਤੁਹਾਨੂੰ ਸਮਝ ਆ ਗਿਆ ਹੋਵੇਗਾ ਇਹਦਾ ਸਿਧਾਂਤ। ਠੀਕ ਹੈ, ਤਾਂ ਇਹ ਨੇ ਉਦੇਸ਼, ਤਾਂ ਕਰਕੇ ਜਿਹੜੀ ਕਲਪਨਾ ਉਹ ਜ਼ਰੂਰੀ ਮੰਨੀ ਜਾਂਦੀ ਹੈ ਕਵਿਤਾ ਦੇ ਵਿੱਚ। ਇਸ ਤੋਂ ਬਾਅਦ ਜੀ ਬੁੱਧੀ ਬਹੁਤ ਜ਼ਰੂਰੀ ਹੈ, ਕਿਉਂਕਿ ਬਿਨਾਂ ਬੁੱਧੀ ਤੋਂ ਤਾਂ ਜਿਹੜੀ ਕਵਿਤਾ ਉਹ ਬਿਲਕੁਲ ਅਸਫਲ ਰਹਿ ਜਾਏਗੀ, ਨਿਸਫਲ। ਠੀਕ ਹੈ, ਇਹਦੇ ਵਿੱਚ ਕੀ ਹੁੰਦੇ ਨੇ? ਵਿਚਾਰ ਤੱਤ ਵੀ ਕਹਿ ਦਿੰਦੇ ਹਾਂ ਆਪਾਂ ਬੁੱਧੀ ਨੂੰ। ਠੀਕ ਹੈ, ਨਿਸ਼ਚਿਤ ਰੂਪ ਦੇਣ ਲਈ ਜ਼ਰੂਰੀ ਹੈ। ਨਿਸ਼ਚਿਤ ਮਤਲਬ ਹਾਂ, ਜੋ ਚੀਜ਼ ਪਾਠਕਾਂ ਦੇ ਸਾਹਮਣੇ ਰੱਖਣੀ ਚਾਹੁੰਦਾ ਹੈ ਕਵੀ। ਉਸ ਤੋਂ ਬਾਅਦ ਦ੍ਰਿਸ਼ਟੀਕੋਣ ਸਪਸ਼ਟ ਕਰਨ ਦੇ ਲਈ, ਕੀ ਮੰਤਵ ਹੈ ਉਹਦਾ। ਠੀਕ ਹੈ, ਕਿਸ ਤਰ੍ਹਾਂ ਦੀ ਸੋਚ ਹੈ ਕਵੀ ਦੀ, ਉਸ ਨੂੰ ਕਲੀਅਰ ਕਰਨ ਦੇ ਲਈ। ਤੀਸਰਾ, ਭਾਵਾਂ ਅਤੇ ਕਲਪਨਾ ਵਿੱਚ ਸੁਮੇਲਤਾ ਰੱਖਣ ਦੇ ਲਈ, ਇਹ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਸਿਰਜਣਾ ਦੇ ਵਖਰੇਵੇਂ ਵਾਲੇ 'ਚ। ਇਸ ਤੋਂ ਬਾਅਦ ਕਲਾਤਮਕਤਾ ਲਿਆਉਣ ਦੇ ਲਈ, ਠੀਕ ਹੈ, ਉਸ ਨੂੰ ਬਹੁਤ ਸੋਹਣਾ ਬਣਾਉਣ ਦੇ ਲਈ ਜ਼ਰੂਰੀ ਹੈ ਬੁੱਧੀ ਤੱਤ। ਇਸ ਤੋਂ ਬਾਅਦ ਸੰਜਮ ਅਤੇ ਸੰਤੁਲਨ, ਸਭ ਤੋਂ ਇੰਪੋਰਟੈਂਟ ਹੈ ਬੁੱਧੀ ਤੱਤ ਦਾ ਇਹ ਇੱਕ ਹੋਰ ਤੱਤ, ਸੰਜਮ ਅਤੇ ਸੰਤੁਲਨ। ਸੰਜਮ ਮਤਲਬ ਐਵੇਂ ਨਹੀਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਵੱਡੀ ਤੋਂ ਵੱਡੀ ਕਵਿਤਾ ਉਹ ਲਿਖੀ ਜਾਵੇ, ਸੰਜਮ ਵਰਤਿਆ ਜਾਵੇ। ਠੀਕ ਹੈ, ਸੰਤੁਲਨ ਅਤੇ ਜਿਹੜੇ ਵਿਚਾਰ ਪੇਸ਼ ਕੀਤੇ ਨੇ ਉਹਨਾਂ ਵਿੱਚ ਇੱਕ ਬੈਲੈਂਸ ਰਹੇ। ਠੀਕ ਹੈ, ਨਾ ਨੈਗੇਟਿਵ ਹੀ ਲੱਗੇ ਵਾਲੀ, ਨਾ ਐਂ ਲੱਗੇ ਵੀ ਤਾਂ ਹੱਦੋਂ ਪਰੇ ਕਾਲਪਨਿਕ ਹੀ ਆ। ਠੀਕ ਹੈ, ਇਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਰਸ ਦੀ। ਰਸ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ। ਰਸ ਮਤਲਬ ਸਵਾਦ, ਜੋ ਸਾਨੂੰ ਰਚਨਾ ਤੋਂ ਪੜ੍ਹ ਕੇ ਆਉਂਦਾ ਹੈਗਾ। ਜੇ ਉਹ ਸਾਨੂੰ ਰਵਾਉਣਾ ਚਾਹੁੰਦਾ ਸੀ ਰੋ ਪੈਂਦੇ ਹਾਂ। ਠੀਕ ਹੈ, ਜੇ ਉਹ ਹਸਾਉਣਾ ਚਾਹੁੰਦਾ ਸੀ ਹੱਸ ਪੈਂਦੇ ਹਾਂ, ਤਾਂ ਉਹ ਕੀ ਹੈ? ਸਵਾਦ ਹੈ ਜੀ, ਰਸ ਹੈ। ਠੀਕ ਹੈ, ਭਾਰਤੀ ਆਚਾਰੀਆ ਇਹਨੂੰ ਆਤਮਾ ਮੰਨਦੇ ਨੇ ਕਾਵਿ ਦੀ, ਇਹ ਚੀਜ਼ ਯਾਦ ਰੱਖ ਲੈਣਾ ਤੁਸੀਂ। ਜਦੋਂ ਭਾਵ ਆਪਸ ਦੇ ਵਿੱਚ ਮਿਲਦੇ ਨੇ ਤਾਂ ਰਸ ਬਣਦਾ ਹੈ। ਸਥਾਈ ਭਾਵ ਦੇ ਆਧਾਰ 'ਤੇ ਰਸ ਕਿੰਨੇ ਤਰ੍ਹਾਂ ਦੇ ਨੇ? 9 ਤਰ੍ਹਾਂ ਦੇ ਨੇ ਜੀ। ਕਿਹੜੇ ਕਿਹੜੇ? ਸ਼ਿੰਗਾਰ, ਵੀਰ, ਵੀਪਤਸ, ਹਾਸ, ਕਰੁਣਾ, ਭਿਆਨਕ, ਸ਼ਾਂਤ, ਅਦਭੁਤ। ਠੀਕ ਹੈ, ਇਹਨਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਇਹਨਾਂ ਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਆ। ਇਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਬਿੰਬ ਦੀ। ਬਿੰਬ ਕੀ ਹੁੰਦਾ? ਚਿੱਤਰ, ਦ੍ਰਿਸ਼। ਠੀਕ ਹੈ, ਇਮੇਜ ਕਹਿ ਦਿੰਦੇ ਹਾਂ ਅੰਗਰੇਜ਼ੀ ਦੇ ਵਿੱਚ ਇਹਨੂੰ। ਜਿਹੜਾ ਵਰਡਸਵਰਥ ਹੈ ਉਹ ਮੰਨਦਾ ਕਿ ਕਵਿਤਾ ਮਨੁੱਖ ਅਤੇ ਪ੍ਰਕਿਰਤੀ ਦਾ ਬਿੰਬ ਹੈ। ਦੋਨਾਂ ਦੇ ਦ੍ਰਿਸ਼ ਜਿਹੜੇ ਪੇਸ਼ ਹੁੰਦੇ ਨੇ ਉਹ ਹੈ ਕਵਿਤਾ। ਬਿੰਬ ਬਹੁਤ ਜ਼ਰੂਰੀ ਤੱਤ ਹੈ ਕਵਿਤਾ ਦਾ। ਬਿੰਬ ਹੁੰਦਾ ਕੀ ਹੈ ਕਿ ਉਹ ਇਸ ਤਰ੍ਹਾਂ ਵਰਣਨ ਕਰਦਾ ਹੈ ਕਵੀ ਆਪਣੀ ਰਚਨਾ ਦੇ ਵਿੱਚ ਕਿ ਸਾਡੇ ਦਿਮਾਗ ਦੇ ਵਿੱਚ ਇੱਕ ਫੋਟੋ ਬਣ ਜਾਂਦੀ ਹੈ ਉਸ ਦੀ। ਠੀਕ ਹੈ, ਜਿਹੜੀ ਉਹ ਫੋਟੋ ਕਵੀ ਦੇ ਮਨ ਦੇ ਵਿੱਚ ਹੁੰਦੀ ਹੈ, ਜਿਹੜੀ ਉਹ ਸਾਨੂੰ ਦਿਖਾਉਣੀ ਚਾਹੁੰਦਾ, ਅਤੇ ਜਿਹੜੀ ਪਾਠਕ ਦੇ ਮਨ ਵਿੱਚ ਹੁੰਦੀ ਹੈ, ਜੇ ਉਹ ਸੇਮ ਬਣ ਰਹੀ ਹੈ ਤਾਂ ਜਿਹੜਾ ਉਹ ਕਵੀ ਆ ਉਸ ਦੀ ਰਚਨਾ ਬਿੰਬ ਦੇ ਪੱਖ ਤੋਂ ਅਤੀ ਉੱਤਮ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਬਿੰਬ ਦਾ ਵੈਸੇ ਆਪਾਂ ਕਰ ਵੀ ਲੈਂਦੇ ਹਾਂ ਇੱਕ ਉਦਾਹਰਨ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕੀਤਾ ਸੀ ਇਹ ਰੁਬਾਈ ਵਾਲੇ ਵਿੱਚ, ਸ਼ਾਇਦ ਧੋਬੀ ਕੱਪੜੇ ਧੋਂਦੇ ਆ, ਵੀਰਾ ਹੋ ਹੁਸ਼ਿਆਰ, ਪਿਛਲੇ ਪਾਸੇ ਆ ਰਿਹਾ ਮੂੰਹ ਅੱਡੀ ਸੰਸਾਰ। ਠੀਕ ਹੈ, ਤਾਂ ਉਹ ਬਣਦਾ ਨਾ, ਆਪਾਂ ਚੰਗੀ ਤਰ੍ਹਾਂ ਡਿਸਕਸ ਕਰ ਲਿਆ ਸੀ, ਆਪਾਂ ਜ਼ਿਆਦਾ ਟਾਈਮ ਨਹੀਂ ਲੈਣਾ ਇਹਦੇ 'ਤੇ। ਤਾਂ ਇੱਕ ਤਰ੍ਹਾਂ ਦਾ ਬਿੰਬ ਸਾਡੇ ਮਨ ਦੇ ਵਿੱਚ ਫੋਟੋ ਆ ਜਿਹੜੀ ਉਹ ਬਣ ਜਾਂਦੀ ਆ। ਇਸ ਤੋਂ ਬਾਅਦ ਜੀ ਪ੍ਰਤੀਕ। ਪ੍ਰਤੀਕ ਕਿਸ ਨੂੰ ਕਹਿੰਦੇ ਹਾਂ ਅਸੀਂ? ਪ੍ਰਤੀਕ ਮਤਲਬ ਚਿੰਨ੍ਹ ਜਾਂ ਸਿੰਬਲ ਜਾਂ ਸਾਈਨ। ਠੀਕ ਹੈ, ਤਾਂ ਇਹਦਾ ਜਿਹੜਾ ਆਹ ਪ੍ਰਸ਼ਨ ਹੈ ਇਹਨੂੰ ਚੰਗੀ ਤਰ੍ਹਾਂ ਕਰ ਲਿਓ। ਪ੍ਰਤੀਕ ਦੇ ਵਿੱਚ ਕਿਹੜੀ ਸ਼ਕਤੀ ਹੁੰਦੀ ਹੈ? ਚਿੱਤਰਾਤਮਕ ਸ਼ਕਤੀ। ਕੋਈ ਚੀਜ਼ ਨਾਮ ਕਿਸੇ ਹੋਰ ਦਾ ਲੈ ਜਾਂਦਾ, ਅਰਥ ਉਹਦੇ ਕੋਈ ਹੋਰ ਲੈ ਜਾਂਦੇ ਆ, ਉਹ ਹੁੰਦਾ ਪ੍ਰਤੀਕ। ਅਤੇ ਮੇਨ ਇਹਦਾ ਕੰਮ ਕੀ ਹੁੰਦਾ? ਮੂਰਤ ਰਾਹੀਂ ਅਮੂਰਤ ਨੂੰ ਪ੍ਰਗਟਾਉਣਾ। ਠੀਕ ਹੈ, ਜਾਣੇ ਪਛਾਣੇ ਪ੍ਰਤੀਕ ਵਰਤਣੇ ਚਾਹੀਦੇ ਆ ਕਵੀ ਨੂੰ ਕਵਿਤਾ ਦੇ ਵਿੱਚ। ਹੁਣ ਜੇ ਉਹ ਇਹੋ ਜਿਹੇ ਪ੍ਰਤੀਕ ਵਰਤ ਲੂਗਾ ਜਿਨ੍ਹਾਂ ਬਾਰੇ ਆਮ ਪਾਠਕਾਂ ਨੂੰ ਪਤਾ ਹੀ ਨਹੀਂ, ਤਾਂ ਫਿਰ ਕੀ ਉਹ ਰਚਨਾ ਸਫਲ ਹੋਏਗੀ ਪ੍ਰਤੀਕ ਦੇ ਪੱਖ ਤੋਂ? ਨਹੀਂ ਜੀ, ਉਹ ਅਸਫਲ ਹੋ ਜਾਏਗੀ। ਉਹੀ ਪ੍ਰਤੀਕ ਵਰਤਣੇ ਚਾਹੀਦੇ ਜਿਹੜੇ ਜ਼ਿਆਦਾਤਰ ਜਿਹੜੇ ਲੋਕ ਹੈ ਉਹ ਜਾਣਦੇ ਆ। ਜਿਸ ਤਰ੍ਹਾਂ ਸ਼ੇਰ ਹੈ ਜਿਹੜਾ ਉਹ ਬਹਾਦਰੀ ਦਾ ਪ੍ਰਤੀਕ ਹੈ, ਗਿੱਦੜ ਕਾਇਰਤਾ ਦਾ, ਡਰ ਦਾ। ਠੀਕ ਹੈ, ਡਰਪੋਕ, ਗੰਗਾ ਪਵਿੱਤਰਤਾ ਦਾ। ਇਹ ਸਾਰੀਆਂ ਇਹਦੀਆਂ ਉਦਾਹਰਨਾਂ ਨੇ। ਠੀਕ ਹੈ ਜੀ, ਤਾਂ ਇਹਦਾ ਕੰਮ ਕੀ ਹੁੰਦਾ? ਇਹਦਾ ਕੰਮ ਹੁੰਦਾ ਅਰਥਾਂ ਨਾਲ ਸੰਚਾਰ ਕਰਨਾ। ਜੇ ਹੁਣ ਸ਼ੇਰ ਲਿਖਿਆ ਹੋਇਆ ਕਿਤੇ, ਤਾਂ ਆਟੋਮੈਟਿਕਲੀ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਆ ਜਾਣੀ ਹੈ ਵੀ ਹਾਂ, ਬਹਾਦਰੀ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਸੰਬੰਧਿਤ ਵਸਤੂ ਦੇ ਗੁਣਾਂ ਦਾ ਪ੍ਰਗਟਾਵਾ, ਇਹ ਹੋ ਹੀ ਗਿਆ। ਜੇ ਹੁਣ ਕਿਸੇ ਨੂੰ ਕੋਈ ਕਹਿ ਰਿਹਾ ਕਿ ਇਹ ਤਾਂ ਗੰਗਾ ਵਰਗੀ ਹੈ, ਇਹ ਕੁੜੀ ਤਾਂ ਗੰਗਾ ਵਰਗੀ ਹੈ। ਠੀਕ ਹੈ, ਤਾਂ ਆਲਮੋਸਟ ਮਤਲਬ ਪਵਿੱਤਰ ਹੈ। ਜਿੱਦਾਂ ਹੁਣ ਇੱਕ ਪ੍ਰਤੀਕ ਮੰਨ ਲੈਂਦਾ ਆਪਾਂ ਸ਼ੇਰ, ਹੈ ਨਾ, ਇੱਕ ਮਾਂ ਉਹਦੇ ਪੁੱਤ ਨੂੰ ਕਹਿੰਦੀ ਹੈ ਤਾਂ ਮੇਰਾ ਸ਼ੇਰ ਪੁੱਤ ਹੈ। ਠੀਕ ਹੈ, ਇੱਥੋਂ ਕਲੀਅਰ ਹੋ ਗਿਆ। ਈਵਨ ਕਿ ਸ਼ੇਰ ਤਾਂ ਹੁਣ ਜਾਨਵਰ ਦਾ ਨਾਮ ਹੈ ਨਾ, ਪਰ ਸਾਨੂੰ ਪਤਾ ਲੱਗ ਗਿਆ ਕਿ ਸ਼ੇਰ ਮਤਲਬ ਇਹ ਬਹਾਦਰ ਹੈ। ਠੀਕ ਹੈ, ਬੋਲਡ ਹੈ, ਬਰੇਵ ਹੈ, ਇਹਦੇ 'ਚ ਇਹ ਗੁਣ ਆ। ਤਾਂ ਕੀ ਹੋ ਗਿਆ? ਸੰਬੰਧਿਤ ਵਸਤੂ ਦੇ ਜਿਹੜੇ ਗੁਣਾਂ ਦਾ ਪ੍ਰਗਟਾਵਾ ਸਾਡੇ ਸਾਹਮਣੇ ਹੋ ਗਿਆ। ਕਿਹਦੇ ਰਾਹੀਂ? ਪ੍ਰਤੀਕ ਰਾਹੀਂ। ਅਤੇ
ਕਵਿਤਾ ਦੇ ਵਿੱਚ ਬਹੁਤ ਜ਼ਿਆਦਾ ਪ੍ਰਤੀਕ ਆ ਜਿਹੜੇ ਉਹ ਵਰਤੇ ਜਾਂਦੇ ਆ। ਠੀਕ ਹੈ ਜੀ। ਇਸ ਤੋਂ ਬਾਅਦ ਅਲੰਕਾਰ। ਅਲੰਕਾਰ ਦਾ ਅਰਥ ਹੁੰਦਾ ਗਹਿਣਾ, ਵਿਭੂਸ਼ਣ। ਅਤੇ ਗਹਿਣੇ ਕਿਉਂ ਪਾਏ ਜਾਂਦੇ ਆ? ਸੋਹਣਾ ਦਿਖਣ ਦੇ ਲਈ, ਸਜਾਵਟ ਦੇ ਲਈ। ਇਸ ਤਰ੍ਹਾਂ ਕਵਿਤਾ ਦੇ ਵਿੱਚ ਵੀ ਗਹਿਣੇ ਪਾਏ ਜਾਂਦੇ ਨੇ। ਚਮਤਕਾਰੀ ਸੁਹਜ ਹੀ ਜਿਹੜਾ ਅਲੰਕਾਰ ਹੈ। 3 ਤਰ੍ਹਾਂ ਦੇ ਨੇ ਇਹ, ਸ਼ਬਦ ਅਰਥ ਅਤੇ ਸ਼ਬਦਾਰਥ। ਸ਼ਬਦਾਰਥ ਨੂੰ ਅਸੀਂ ਉੱਭਿਆ ਵੀ ਕਹਿੰਦੇ ਹਾਂ। ਸ਼ਬਦਾਂ ਦੇ ਨਾਲ ਜਿਵੇਂ ਅਨੁਪਰਾਸ ਵਾਲਾ, ਠੀਕ ਹੈ ਨਾ। ਅਰਥ ਅਲੱਗ ਅਲੱਗ ਅਰਥ ਕੱਢੇ ਜਾਂਦੇ ਆ, ਉਪਮਾਨ ਅਤੇ ਉਪਮੇୟ ਵਾਲੇ। ਇਸ ਤੋਂ ਬਾਅਦ ਸ਼ਬਦਾਰਥ ਦੋਨਾਂ ਦਾ ਸੁਮੇਲ। ਇਸ ਤੋਂ ਬਾਅਦ ਗੱਲ ਕਰਾਂਗੇ ਛੰਦ ਦੀ। ਛੰਦ ਕੀ ਹੁੰਦਾ ਜੀ? ਕਵਿਤਾ ਦੇ ਵਿੱਚ ਅੱਖਰ ਜਾਂ ਵਰਨਾਂ ਦੀ ਖਾਸ ਗਿਣਤੀ ਮਿਣਤੀ, ਅਤੇ ਇਹਨਾਂ ਗਿਣਤੀ ਮਿਣਤੀ ਦੇ ਦੁਆਰਾ ਕੀ ਪੈਦਾ ਹੁੰਦਾ? ਤੁਕਾਂਤ ਦਾ ਸਹੀ ਮੇਲ। ਛੰਦ ਅਸਲ ਦੇ ਵਿੱਚ ਗਿਣਤੀ ਮਿਣਤੀ ਹੀ ਆ, ਵੀ ਇੰਨੇ ਅੱਖਰ ਆ, ਇੰਨੀਆਂ ਧੁਨੀਆਂ, ਇੰਨੇ ਵਰਨ ਹੈ, ਠੀਕ ਹੈ। ਆਹ ਤੁਕਾਂਤ ਇੱਥੇ ਹੋਊਗਾ, ਸਮ ਤੁਕਾਂਤ ਹੈ, ਇੱਕ 3 ਵਾਰੀ ਤੁਕਾਂਤ ਹੋ ਰਿਹਾ, 4 ਵਾਰੀ ਹੋ ਰਿਹਾ, ਕਿੰਨੇ ਚਰਨ ਹੈ। ਇਹ ਸਾਰੀਆਂ ਚੀਜ਼ਾਂ ਕਾਹਦੇ ਵਿੱਚ ਆ ਜਾਂਦੀਆਂ? ਛੰਦ ਦੇ ਵਿੱਚ ਆ ਜਾਂਦੀਆਂ। 2 ਤਰ੍ਹਾਂ ਦੇ ਛੰਦ ਨੇ, ਮਾਤ੍ਰਿਕ ਅਤੇ ਵਰਨਿਕ, ਠੀਕ ਹੈ। ਅਤੇ ਪੰਜਾਬੀ ਦੀ ਜਿਹੜੀਆਂ ਜ਼ਿਆਦਾਤਰ ਆਪਾਂ ਕਾਊਂਟ ਕਰਦੇ ਹਾਂ ਕਿਹੜੇ, ਉਹ ਮਾਤ੍ਰਿਕ ਜ਼ਿਆਦਾ ਵਰਤੋਂ ਮਾਤ੍ਰਿਕ ਦੀ ਹੁੰਦੀ ਹੈ, ਠੀਕ ਹੈ। ਇਸ ਤੋਂ ਬਾਅਦ ਗੱਲ ਕਰਾਂਗੇ ਭਾਸ਼ਾ ਦੀ। ਭਾਸ਼ਾ ਆਪਾਂ ਕਰ ਚੁੱਕੇ ਹਾਂ ਕਿ ਕੱਚਾ ਮਸਾਲਾ ਹੈ, ਠੀਕ ਹੈ। ਤਾਂ ਉਹ ਭਾਸ਼ਾ ਕਿਹੜੀ ਹੋਣੀ ਚਾਹੀਦੀ ਹੈ? ਕਾਵਿ ਭਾਸ਼ਾ। ਆਮ ਬੋਲਚਾਲ ਦੀ ਭਾਸ਼ਾ ਨਹੀਂ, ਕਾਵਿ ਭਾਸ਼ਾ। ਰਸਮਈ ਹੋਵੇ ਇਹ, ਠੀਕ ਹੈ। ਭੱਦੀ ਨਹੀਂ ਹੋਣੀ ਚਾਹੀਦੀ ਅਤੇ ਖੁਰਦਰੀ ਨਹੀਂ ਹੋਣੀ ਚਾਹੀਦੀ। ਕੋਮਲ ਹੋਣੀ ਚਾਹੀਦੀ ਹੈ, ਸਹਿਜ ਭਰਪੂਰ, ਠੀਕ ਹੈ। ਰਸ ਹੋਵੇ ਇਹਦੇ ਵਿੱਚ ਅਤੇ ਸੰਗੀਤਮਈ ਹੋਵੇ। ਇਹਦੇ ਵਿੱਚ ਕੋਈ ਖਾਸ ਗੱਲ ਨਹੀਂ ਭਾਸ਼ਾ ਵਾਲੇ ਦੇ ਵਿੱਚ, ਠੀਕ ਹੈ। ਇਸ ਤੋਂ ਬਾਅਦ ਇਸ ਦਾ ਵਰਗੀਕਰਨ, ਇਹ ਬਹੁਤ ਧਿਆਨ ਨਾਲ ਕਰ ਲਿਓ ਜੀ, ਇਹਦੇ ਵਿੱਚੋਂ ਪ੍ਰਸ਼ਨ ਆ ਹੀ ਜਾਂਦਾ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਭਾਰਤੀ ਕਾਵਿ ਸ਼ਾਸਤਰ ਕਰਾਂਗੇ ਅਸੀਂ। ਭਾਰਤੀ ਕਾਵਿ ਸ਼ਾਸਤਰ ਦੇ ਅਨੁਸਾਰ ਜਿਹੜਾ ਕਾਵਿ ਆ ਉਸ ਦਾ ਵਰਗੀਕਰਨ ਕਿਸ ਤਰ੍ਹਾਂ ਕੀਤਾ ਜਾਂਦਾ? ਤਾਂ ਭਾਰਤੀ ਕਾਵਿ ਸ਼ਾਸਤਰ ਜੀ 2 ਤਰ੍ਹਾਂ ਦਾ ਮੰਨਦਾ ਹੈ ਕਾਵਿ ਨੂੰ, ਦ੍ਰਿਸ਼ ਕਾਵਿ ਅਤੇ ਸ਼੍ਰਵਯ। ਦ੍ਰਿਸ਼ ਮਤਲਬ ਦੇਖਣ ਵਾਲਾ ਅਤੇ ਸ਼੍ਰਵਯ ਮਤਲਬ ਸੁਣਨ ਵਾਲਾ, ਠੀਕ ਹੈ। ਦ੍ਰਿਸ਼ ਦੇ ਵਿੱਚ ਆ ਜਾਂਦਾ ਨਾਟਕ, ਅਤੇ ਸ਼੍ਰਵਯ ਨੂੰ ਅੱਗੇ ਅਸੀਂ 2 ਭਾਗਾਂ ਦੇ ਵਿੱਚ ਵੰਡ ਲੈਂਦੇ ਹਾਂ। ਕਿਹੜਾ? ਪ੍ਰਬੰਧ ਅਤੇ ਮੁਕਤ। ਪ੍ਰਬੰਧ ਹੁਣ ਪਤਾ ਨਾ, ਪ੍ਰਬੰਧ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆਪਾਂ? ਅਰੇਂਜਮੈਂਟ। ਅਰੇਂਜ ਕਰਕੇ ਰੱਖਣੀ ਕੋਈ ਚੀਜ਼। ਮੁਕਤ ਫ੍ਰੀ, ਕੋਈ ਕਿਸੇ ਦਾ ਇਹਦੇ 'ਤੇ ਕੰਟਰੋਲ ਨਹੀਂ, ਉਹ ਹੁੰਦਾ ਮੁਕਤ ਫ੍ਰੀ, ਠੀਕ ਹੈ। ਤਾਂ ਇਸ ਦੇ ਵਿੱਚ ਹੈ ਪ੍ਰਬੰਧ ਦੀਆਂ ਵੀ ਅੱਗੇ ਜਾ ਕੇ 2 ਕਿਸਮਾਂ ਨੇ। ਪ੍ਰਬੰਧ 2 ਤਰ੍ਹਾਂ ਦਾ ਜੀ, ਮਹਾਂਕਾਵਿ ਅਤੇ ਖੰਡ ਕਾਵਿ। ਅਤੇ ਜਿਹੜਾ ਮੁਕਤਕ ਆ ਉਹ ਵੀ 2 ਤਰ੍ਹਾਂ ਦਾ, ਉਹਦੇ ਵਿੱਚ ਆ ਜਾਂਦਾ ਪ੍ਰਗੀਤ ਅਤੇ ਨੀਤੀ। ਇਹ ਚੰਗੀ ਤਰ੍ਹਾਂ ਤੁਸੀਂ ਇੰਨਾ ਕੁ ਜਿਹੜਾ ਚਾਰਟ ਆ ਉਹ ਯਾਦ ਰੱਖ ਲੈਣਾ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਚਾਰਟ, ਠੀਕ ਹੈ, ਭਾਰਤੀ ਕਾਵਿ ਸ਼ਾਸਤਰ ਦੇ ਪੱਖ ਤੋਂ। ਇਸ ਤੋਂ ਬਾਅਦ ਜੀ ਪੱਛਮੀ ਵਿਦਵਾਨਾਂ ਨੇ ਕਿਹੜਾ ਵਰਗੀਕਰਨ ਕੀਤਾ? ਇਹ ਜ਼ਿਆਦਾ ਮੰਨਿਆ ਜਾਂਦਾ ਹੈ ਅੱਜ ਕੱਲ੍ਹ, ਠੀਕ ਹੈ, ਆਧੁਨਿਕ ਸਮੇਂ ਦੇ ਵਿੱਚ। ਤਾਂ ਇਹ 3 ਤਰ੍ਹਾਂ ਦਾ ਮਿਲਦਾ ਹੈ, ਅੰਤਰਮੁਖੀ, ਬਾਹਰਮੁਖੀ, ਨਾਟਕੀ। ਹੁਣ ਅੰਤਰ ਮਤਲਬ ਅੰਦਰਲੇ ਭਾਵ। ਕਵੀ ਸਿਰਫ ਆਪਣੇ ਅੰਦਰਲੇ ਭਾਵ ਪੇਸ਼ ਕਰਦਾ ਹੈ, ਠੀਕ ਹੈ। ਇਹ ਕੀ ਹੁੰਦੀ ਹੈ? ਸਰੋਦੀ ਕਵਿਤਾ ਵੀ ਇਸ ਕਰਕੇ ਇਹਨੂੰ ਕਿਹਾ ਜਾਂਦਾ, ਕਿਉਂਕਿ ਆਪਦੇ ਮਨ ਦੇ ਭਾਵ ਪੇਸ਼ ਹੁੰਦੇ ਨੇ। ਇਹਦੇ ਵਿੱਚ ਕੀ ਆ ਜਾਂਦਾ ਹੈ ਜੀ? ਗੀਤ ਆ ਜਾਂਦਾ ਹੈ, ਗੁਰਮਤਿ ਕਾਵਿ ਦੀਆਂ ਰਚਨਾਵਾਂ ਇਹਦੇ ਵਿੱਚ ਆ ਜਾਂਦੀਆਂ ਨੇ, ਅਤੇ ਸੂਫੀ ਕਾਵਿ ਦੀਆਂ ਵੀ ਅਸੀਂ ਇਸ ਦੇ ਵਿੱਚ ਹੀ ਲੈ ਲੈਂਦੇ ਹਾਂ। ਅੰਤਰ ਮਤਲਬ ਅੰਦਰਲੇ ਭਾਵ ਕਵੀ ਦੇ, ਠੀਕ ਹੈ। ਇਸ ਵਾਰ ਬਾਹਰਮੁਖੀ, ਜੋ ਇਸ ਤੋਂ ਬਿਲਕੁਲ ਹੀ ਆਪੋਜ਼ਿਟ ਹੈ, ਬਿਲਕੁਲ ਉਲਟਾ ਹੈ। ਇਸ ਦੇ ਵਿੱਚ ਬਾਹਰੀ ਸੰਸਾਰ ਦੀਆਂ ਗੱਲਾਂ ਹੁੰਦੀਆਂ ਨੇ, ਬਾਹਰੀ ਜੀਵਨ ਦੀਆਂ, ਅਤੇ ਇਹਦੇ ਵਿੱਚ ਕੀ ਆਉਂਦਾ ਹੈ? ਕਿਸੇ ਹੋਰ ਬਾਰੇ ਗੱਲਾਂ ਕਰਦੇ ਹਾਂ ਆਪਾਂ। ਮਹਾਂਕਾਵ, ਖੰਡ ਕਾਵ, ਵਾਰਾਂ ਹੋ ਗਈਆਂ, ਕਿੱਸੇ ਹੋ ਗਏ, ਜੰਗਨਾਮੇ ਹੋ ਗਏ, ਕਿਸੇ ਹੋਰ ਬਾਰੇ ਵਰਣਨ ਕਰਦਾ ਜਿਹੜਾ ਕਵੀ ਹੈ, ਇਹ ਹੈ ਜੀ ਬਾਹਰਮੁਖੀ। ਇਸ ਤੋਂ ਬਾਅਦ ਨਾਟਕੀ ਕੀ ਆ? ਦੋਨਾਂ ਦਾ ਸੁਮੇਲ, ਦੋਨਾਂ ਦਾ ਜੋੜ, ਮਿਸ਼ਰਤ ਕਿਹਾ ਜਾਂਦਾ ਇਸ ਨੂੰ। ਇਸ ਦੇ ਵਿੱਚ ਕੀ ਹੈ? ਨਾਟਕੀ ਗੀਤ ਆ ਜਾਂਦੇ ਨੇ, ਨਾਟਕੀ ਕਥਾ ਆ ਜਾਂਦੀ ਹੈ, ਅਤੇ ਨਾਟਕੀ ਸਵੈ ਕਥਨ। ਇਹ 3 ਤਰ੍ਹਾਂ ਦੇ ਆ ਜਾਂਦੇ ਨੇ, ਠੀਕ ਹੈ ਜੀ। ਇਸ ਤੋਂ ਬਾਅਦ ਇਹਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ, ਆਹੀ ਜ਼ਿਆਦਾ ਇੰਪੋਰਟੈਂਟ ਨੇ ਦੋਨੋਂ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਆਂਗੇ ਜੋ ਰਸਮਈ ਵਾਕ ਆ ਉਹਨੂੰ ਕਵਿਤਾ ਆਖਦੇ ਹਾਂ। ਇਹ ਰਹਿ ਗਈ ਸੀਗੀ ਇੱਕ ਪਰਿਭਾਸ਼ਾ, ਇਸ ਲਈ ਮੈਂ ਲਾਸਟ 'ਤੇ ਲਿਖੀ ਹੈ, ਵੀ ਤੁਸੀਂ ਧਿਆਨ ਨਾਲ ਕਰ ਲੈਣੀ ਹੈ। ਇਹ ਕਿਸਨੇ ਕਿਹਾ ਹੈ ਜੀ? ਇਹ ਕਿਹਾ ਹੈ ਆਚਾਰੀਆ ਵਿਸ਼ਵਨਾਥ ਨੇ, ਠੀਕ ਹੈ। ਤਾਂ ਇਹ ਸੀ ਜੀ ਕਵਿਤਾ ਸਾਹਿਤ ਰੂਪ, ਅਤੇ ਇਸ ਸਾਹਿਤ ਰੂਪ ਦੀ ਬਹੁਤ ਸਾਰੇ ਕਵੀਆਂ ਨੇ ਵਰਤੋਂ ਕੀਤੀ ਹੈ। ਆਪਾਂ ਨੂੰ ਆਧੁਨਿਕ ਕਵੀ ਹੈਗੇ ਨੇ, ਕਾਫੀ ਜ਼ਿਆਦਾ ਕਵੀ ਨੇ, ਠੀਕ ਹੈ। ਤਾਂ ਇਸ ਦਾ ਜੋ ਖੇਤਰ ਹੈ ਉਹ ਬਹੁਤ ਜ਼ਿਆਦਾ ਵਿਸ਼ਾਲ ਹੈ, ਅਤੇ ਇਸ ਦੇ ਅਗਾਂਹ ਕਾਵਿ ਰੂਪ ਨੇ ਅਲੱਗ ਅਲੱਗ ਜਿਹੜੇ ਆਪਾਂ ਕਰ ਰਹੇ ਹਾਂ
ਕੁਛ ਕਰ ਲਏ, ਕੁਛ ਕੁ ਰਹਿ ਗਏ, ਠੀਕ ਹੈ। ਗਜ਼ਲ ਕਰ ਲਿਆ ਆਪਾਂ, ਰੁਬਾਈ ਕਰ ਲਿਆ, ਠੀਕ ਹੈ। ਨਜ਼ਮ ਹਜੇ ਲੈਫਟ ਹੈ ਅਤੇ ਖੁੱਲੀ ਕਵਿਤਾ ਵੀ ਰਹਿੰਦੀ ਹੈ ਨਾ, ਗੀਤ ਵੀ ਰਹਿੰਦਾ ਹਜੇ ਕਰਨ ਵਾਲਾ। ਤਾਂ ਇਹ ਸਾਰੇ ਅੱਗੇ ਜਾ ਕੇ ਇਹਦੇ ਉਪਭੇਦ ਨੇ। ਇੱਥੇ ਹੀ ਖ਼ਤਮ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਆਸ ਹੈ ਕਿ ਤੁਹਾਨੂੰ ਲੈਕਚਰ ਪਸੰਦ ਆਇਆ ਹੋਵੇਗਾ ਅਤੇ ਤੁਹਾਨੂੰ ਲੈਕਚਰ ਦੀ ਸਮਝ ਲੱਗੀ ਹੋਏਗੀ। ਅਤੇ ਜੇਕਰ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਐਂਡ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜੀ। ਅਤੇ ਨਾਲ ਦੀ ਨਾਲ ਹੀ ਆਪਣੇ ਫਰੈਂਡਸ ਦੇ ਨਾਲ ਆਪਣਾ ਚੈਨਲ ਜ਼ਰੂਰ ਸ਼ੇਅਰ ਕਰਨਾ ਜੀ। ਇਹ ਹੁਣ ਤੁਹਾਡੀ ਰਿਸਪੋਂਸੀਬਿਲਿਟੀ ਹੈ, ਠੀਕ ਹੈ। ਅਤੇ ਜੋ ਵੀ ਤੁਹਾਡੇ ਨਾਲ ਤਿਆਰੀ ਕਰ ਰਹੇ ਨੇ ਤੁਹਾਡੇ ਫਰੈਂਡਸ, ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਓ ਜੀ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਐਂਡ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ, ਅਤੇ ਤੁਹਾਡਾ ਕੋਈ ਸੁਝਾਅ ਉਹ ਵੀ ਜ਼ਰੂਰ ਦੱਸਿਓ ਜੀ। ਇਜਾਜ਼ਤ ਦਿਓ, ਧੰਨਵਾਦ।